ਹੈਲੋ एवरीवन आई होप बेटे ਤੁਸੀਂ ਸਾਰੇ ਠੀਕ ਹੋਵੋਗੇ। बेटे ਅੱਜ ਦੇ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਰੈਜ਼ਿਸਟਿਵਿਟੀ ਆਫ ਵੇਰੀਅਸ ਮਟੀਰੀਅਲਸ। बेटे ਅੱਜ ਆਪਾਂ ਇਸ ਲੈਕਚਰ ਦੇ ਵਿੱਚ ਰੈਜ਼ਿਸਟਿਵਿਟੀ ਆਪਾਂ ਡਿਫਰੈਂਟ ਮੈਟਲਸ ਦੀ ਉਹਨਾਂ ਨੂੰ ਸਟੱਡੀ ਕਰਾਂਗੇ। ਉਸ ਤੋਂ ਬਾਅਦ ਰੈਜ਼ਿਸਟਿਵਿਟੀ ਕਿੰਨਾ ਫੈਕਟਰਸ ਦੇ ਉੱਤੇ ਡਿਪੈਂਡ ਕਰਦੀ ਹੈ, ਉਸ ਦੇ ਉੱਤੇ ਟੈਂਪਰੇਚਰ ਦਾ ਕੀ ਇਫੈਕਟ ਹੈ, ਤਾਂ ਇਹ ਸਾਰਾ ਕੁਝ बेटे ਆਪਾਂ ਅੱਜ ਇਸ ਲੈਕਚਰ ਦੇ ਵਿੱਚ ਕਰਾਂਗੇ। ਇਸ ਤੋਂ ਪਹਿਲਾਂ बेटे ਲਾਸਟ ਲੈਕਚਰ ਦੇ ਵਿੱਚ ਤੁਹਾਨੂੰ ਦੋ ਕੁਐਸਚਨਸ ਮੈਂ ਐਜ਼ ਅ ਹੋਮਵਰਕ ਦਿੱਤੇ ਸੀ। ਸਭ ਤੋਂ ਪਹਿਲਾਂ ਆਪਾਂ ਉਹ ਡਿਸਕਸ ਕਰਦੇ ਹਾਂ, ਉਸ ਤੋਂ ਬਾਅਦ ਆਪਾਂ ਇਸ ਟੌਪਿਕ ਨੂੰ ਸਟਾਰਟ ਕਰਾਂਗੇ। ਸੋ ਬੇਟਾ ਤੁਹਾਡਾ ਹੋਮਵਰਕ ਕੁਐਸਚਨ ਸੀ, ਡੂ ਯੂ ਨੋ ਦ ਬਾਇਓਲੋਜੀਕਲ ਕਨੈਕਸ਼ਨ ਆਫ ਰੈਜ਼ਿਸਟੈਂਸ ਐਂਡ ਕਰੰਟ ਟੂ ਦ ਹਿਊਮਨ ਬੋਡੀ। ਤਾਂ ਆਪਾਂ ਇਸ ਦੇ ਵਿੱਚ ਇਹ ਦੇਖਣਾ ਸੀਗਾ ਕਿ ਹਿਊਮਨ ਬੋਡੀ ਦੇ ਵਿੱਚ ਰੈਜ਼ਿਸਟੈਂਸ ਐਂਡ ਕਰੰਟ ਦਾ ਕੀ ਕਨੈਕਸ਼ਨ ਹੈ। ਅਗਰ ਹਿਊਮਨ ਬੋਡੀ ਦੇ ਵਿੱਚ ਉਹ ਕਰੰਟ ਫਲੋ ਕਰੂਗਾ ਤਾਂ ਉਸਦੇ ਕੀ ਇਫੈਕਟਸ ਹੋ ਸਕਦੇ ਨੇ। ਤਾਂ ਇਸ ਦੇ ਲਈ बेटे ਆਪਾਂ ਨੂੰ ਪਤਾ ਹੈ ਕਿ ਜਦੋਂ ਸਕਿਨ ਡਰਾਈ ਹੋਊਗੀ ਰਾਜੇ ਤਾਂ ਰੈਜ਼ਿਸਟੈਂਸ ਹੈ ਜਿਹੜਾ ਹਿਊਮਨ ਬੋਡੀ ਦਾ ਉਹ 10⁵ ਓਮ ਹੁੰਦਾ ਹੈ। ਔਰ ਜਦੋਂ बेटा ਸਕਿਨ ਵੈਟ ਹੁੰਦੀ ਹੈ ਤਾਂ ਉਦੋਂ ਕੀ ਹੁੰਦਾ 1500 ਓਮ ਹੁੰਦਾ ਹੈ। ਠੀਕ ਹੈ ਜੀ। ਅਤੇ ਆਪਣੀ ਜਿਹੜੀ ਵੋਲਟੇਜ ਦੀ ਸਪਲਾਈ ਹੈ बेटा ਉਹ 220 ਵੋਲਟ ਹੁੰਦੀ ਹੈ। ਹੁਣ ਆਪਾਂ ਕੀ ਕਰਾਂਗੇ ਰਾਜੇ, ਦੋਨੋਂ ਕੇਸਿਸ ਦੇ ਵਿੱਚ बेटा ਆਈ ਦੀ ਵੈਲਿਊ ਨੂੰ ਫਾਈਂਡ ਆਊਟ ਕਰਾਂਗੇ। ਦੈਨ ਆਪਾਂ ਦੇਖਾਂਗੇ ਕਿ ਆਈ ਦਾ ਜਿਹੜਾ ਅਮਾਊਂਟ ਹੈ ਉਹ ਕਿੰਨਾ ਹੈ ਅਤੇ ਉਹਦੇ ਅਕੋਰਡਿੰਗ बेटे ਕੀ ਕੌਨਸੀਕੁਐਂਸਿਸ ਹੋ ਸਕਦੇ ਨੇ। ਤਾਂ ਆਪਾਂ ਫਸਟ ਕੇਸ ਕੀ ਕੀਤਾ बेटे, ਆਈ ਆਪਾਂ ਕਰੰਟ ਫਾਈਂਡ ਆਊਟ ਕਰਨਾ ਹੈ। 220 बेटे ਸਾਡੇ ਕੋਲ ਵੋਲਟੇਜ ਹੈ ਔਰ 10⁵ ਹੈ। ਜਦੋਂ ਅਸੀਂ ਇਸ ਨੂੰ ਸੋਲਵ ਕੀਤਾ ਤਾਂ बेटे ਸਾਡੇ ਕੋਲ ਵੈਲਿਊ ਆਈ 2.2 ਮਿਲੀ ਐਂਪੀਅਰ। ਬਟ ਔਨ ਦਾ ਅਦਰ ਹੈਂਡ बेटे ਜਦੋਂ ਆਪਾਂ 1500 ਲਈ 1500 ਓਮ ਲਈ ਤਾਂ ਉਸ ਦੇ ਕੋਰਸਪੋਂਡਿੰਗ ਜਿਹੜਾ ਕਰੰਟ ਸੀਗਾ ਉਹ ਕੀ ਆਇਆ बेटे 147.0 ਮਿਲੀ ਐਂਪੀਅਰ। ਤਾਂ ਹੁਣ बेटा ਅਗਰ ਆਪਾਂ ਕੰਪੇਅਰ ਕਰੀਏ ਦੋਨੋਂ ਕੇਸਿਸ ਨੂੰ, ਕੇਸ 1 ਕੀ ਸੀ ਵੈਨ ਦਾ ਸਕਿਨ ਇਜ਼ ਡਰਾਈ, ਤਾਂ ਉਦੋਂ ਕਰੰਟ ਦਾ बेटा ਜਿਹੜਾ ਅਮਾਊਂਟ ਹੈ ਉਹ ਕੀ ਹੈ 2.2 ਮਿਲੀ ਐਂਪੀਅਰ। ਕੰਪੈਰੇਟਿਵਲੀ ਅਗਰ ਵੈਟ ਸਕਿਨ ਹੈ बेटे ਤਾਂ ਕਿੰਨਾ 147। ਇਟ ਮੀਨਸ ਇਸ ਕੇਸ ਦੇ ਵਿੱਚ ਕਰੰਟ ਕੀ ਹੈ बेटे ਕਾਫੀ ਜ਼ਿਆਦਾ ਅਮਾਊਂਟ ਦੇ ਵਿੱਚ ਹੈ। ਹੁਣ ਆਪਾਂ ਅੱਗੇ ਇਸ ਦੇਖਾਂਗੇ बेटे ਕਿ ਕਿੰਨੀ ਅਮਾਊਂਟ ਕਰੰਟ ਦੇ ਨਾਲ ਅਗਰ ਸਾਡੇ ਬੋਡੀ ਦੇ ਵਿੱਚੋਂ ਕਿੰਨੀ ਅਮਾਊਂਟ ਹੈ ਕਰੰਟ ਦੀ ਫਲੋ ਕਰੂਗੀ ਤਾਂ ਉਸ ਦੇ ਨਾਲ ਕੀ ਹੋ ਸਕਦਾ ਹੈ। ਤਾਂ बेटा ਜੇ ਕਰੰਟ 100 ਮਿਲੀ ਐਂਪੀਅਰ ਟੂ 3 ਐਂਪੀਅਰ ਆਪਣੀ ਬੋਡੀ ਦੇ ਵਿੱਚੋਂ ਪਾਸ ਕਰੂਗਾ ਦੈਨ ਥਰੂ ਅ ਬੋਡੀ ਇਜ਼ ਫੈਟਲ। ਫੈਟਲ ਦਾ ਮਤਲਬ ਕੀ ਹੈ बेटा ਕੌਜ਼ਿੰਗ ਡੈਥ। ਅਗਰ बेटे ਇੰਨੀ ਅਮਾਊਂਟ ਦਾ ਕਰੰਟ ਆਪਣੀ ਬੋਡੀ ਦੇ ਵਿੱਚੋਂ ਫਲੋ ਕਰ ਗਿਆ ਤਾਂ ਆਪਾਂ ਕੀ ਹੈ ਡੈਥ ਵੀ ਹੋ ਸਕਦੀ ਹੈ। ਸਿਮਿਲਰਲੀ बेटा ਇਫ ਦਾ ਕਰੰਟ ਆਫ 20 ਮਿਲੀ ਐਂਪੀਅਰ ਟੂ 100 ਮਿਲੀ ਐਂਪੀਅਰ ਕੌਜ਼ਿਜ਼ बेटे ਪੈਰਾਲਿਸਿਸ ਹੋ ਸਕਦਾ ਹੈ। बेटे अगर अमाउंट 10 to 20 मिली एम्पीयर होगी तो मसल डिसऑर्डर हो सकता है। सिमिलरली बेटे अगर करंट 2 मिली एम्पीयर होगा तो टिंगलिंग हो सकती है। टिंगलिंग का मतलब बेटे थोड़ी जी अपन झंझनाहट जी होगी, ठीक है, इन्ने करंट के फ्लो होने दे नाल। तो इसका मतलब की है बेटे अगर आप 220 वोल्ट की लाइव वायर नूं टच कर लीए तो साडी बॉडी अगर वैट है तो काफ़ी टाइप के जिहड़े सीरीयस कॉन्सीकुएंसिस ने असीं उन्हां नूं फेस कर सकते हैं। ਤਾਂ ਇਹ ਸੀਗਾ बेटे ਕਰੰਟ ਔਰ ਰੈਜ਼ਿਸਟੈਂਸ ਦਾ ਕਨੈਕਸ਼ਨ ਆਪਣੀ ਹਿਊਮਨ ਬੋਡੀ ਦੇ ਲਈ। ਨਾਓ बेटा ਨੈਕਸਟ ਕੁਐਸਚਨ ਜਿਹੜਾ ਸੀਗਾ ਉਹ ਤੁਹਾਨੂੰ ਇਹ ਦਿੱਤਾ ਸੀ, ਰੈਜ਼ਿਸਟਿਵਿਟੀ ਆਫ ਅ ਮੈਟੈਲਿਕ ਵਾਇਰ बेटा ਗਿਵਨ ਸੀ। उसने किया कि अगर लेंथ है जी वायर की उसमें डबल कर दी और एरिया ऑफ क्रॉस सैक्शन हाफ कर दी दैन वॉट विल बी द न्यू वैल्यू ऑफ रजिस्टिविटी ऑफ द वायर। बेटे इस तो पहला ही मैं तुहानूं पहले वाले लैक्चर दे विच दस्सिया सी कि जे डिपेंडेंस आ जाए रजिस्टिविटी दी कि किन्ना फैक्टर्स दे उत्ते डिपेंड करती है, तो आपां कीता सी टैंपरेचर और नेचर ऑफ द मटीरियल दे उत्ते डिपेंड करती है, बट इट डज नॉट डिपेंड अपॉन द डायमेंशन ऑफ ऑब्जैक्ट। तो वो की है डायमेंशन के उत्ते ऑब्जैक्ट नहीं करूगी। तो इट मीनस बेटा इत्थे की होगी रजिस्टिविटी की वैल्यू की रहूगी रिमेन्स सेम रहूगी। तो ये सी बेटे तुहाडे दोनों क्वेश्चनस के आंसर। हुण आपां मूव करते हैं रजिस्टिविटी वाल। बेटे अगर आप रजिस्टिविटी की गल करिए एक आइडियल कंडक्टर के लिए तो उस केस के रजिस्टिविटी की होंगी है राजे 0 होंगी है। आइडियल कंडक्टर का मतलब वो कोई भी रजिस्टेंस नहीं होगी तो रजिस्टिविटी भी की होगी 0। बट बेटे इन एक्चुअल सिचुएशन के आइडियल कंडक्टर का होना पॉसीबल नहीं है, ठीक है। बट आप एज्यूम करते हैं कि अगर आइडियल कंडक्टर है तो रजिस्टिविटी की होगी 0 होगी। सिमिलरली फिर फॉर द आइडियल इंसुलेटर बेटा रजिस्टिविटी की होगी इनफाइनाइट होगी। नाउ बेटे अगे एक टेबल गिवन है, इस दे विच नंबर ऑफ मटीरियल्स जिहड़े ने गिवन ने ते उन्हां दी कोरसपोंडिंग रजिस्टिविटीज़। हुण बेटे सब तो पहला की दिता होया सानूं कंडक्टर्स दिते हुए ने। कंडक्टर्स दी बेटे सिल्वर है, सिल्वर दी 1.6 × 10⁻⁴ सेम एज
ਕਾਫੀ ਸਾਰੇ ਕੰਡਕਟਰਸ ਦੀਆਂ ਵੈਲਿਊ ਸਾਨੂੰ ਦਿੱਤੀਆਂ ਹੋਈਆਂ ਨੇ। ਸਿਮਿਲਰਲੀ ਬੇਟੇ ਸੈਮੀ ਕੰਡਕਟਰਸ ਦੀਆਂ ਦਿੱਤੀਆਂ ਨੇ ਔਰ ਇਨਸੂਲੇਟਰਸ ਦੀਆਂ। ਅਗਰ ਬੇਟਾ ਤੁਸੀਂ ਇਸ ਸਾਰੇ ਟੇਬਲ ਨੂੰ ਐਗਜ਼ਾਮਿਨ ਕਰੋ ਤਾਂ ਤੁਸੀਂ ਕੀ ਕਨਕਲੂਜਨ ਫਾਈਂਡ ਆਊਟ ਕਰੋਗੇ ਕਿ ਇਹ ਫਾਈਂਡ ਆਊਟ ਕਰੋਗੇ ਕਿ ਅਗਰ ਆਪਾਂ ਕੰਡਕਟਰਸ ਦੀਆਂ ਰੈਜ਼ਿਸਟਿਵਿਟੀਜ਼ ਦੇਖੀਏ ਤਾਂ ਉਹ ਕੰਪੈरेटिवली ਬੇਟਾ ਸਮॉल ਨੇ ਐਜ਼ ਕੰਪੇਅਰ ਟੂ ਦ ਇਨਸੂਲੇਟਰਸ। ਦੇਖੋ ਇੱਥੇ 10⁻⁴ ਹੈ ਬੇਟੇ, ਇੱਥੇ 10⁻⁻8 ਹੈ। ਤਾਂ ਕੀ ਹੈ ਬੇਟੇ ਕੰਡਕਟਰਸ ਦੀਆਂ ਜਿਹੜੀਆਂ ਰੈਜ਼ਿਸਟਿਵਿਟੀ ਹੈ ਉਹ ਵੈਰੀ ਸਮॉल ਹੈ ਐਜ਼ ਕੰਪੇਅਰ ਟੂ ਦ ਸੈਮੀ ਕੰਡਕਟਰ ਐਂਡ ਇਨਸੂਲੇਟਰ। ਔਰ ਬੇਟੇ ਜਿਹੜੀ ਸੈਮੀ ਕੰਡਕਟਰ ਹੈ ਉਹਦੀ ਰੈਜ਼ਿਸਟਿਵਿਟੀ ਇਨ ਲਾਈ ਕਰੂਗੀ ਇਨ ਬਿਟਵੀਨ ਕੰਡਕਟਰ ਐਂਡ ਇਨਸੂਲੇਟਰ ਦੇ, ਜਿਹੜਾ ਕਿ ਆਪਾਂ ਨੂੰ ਬੇਟੇ ਟੇਬਲ ਤੋਂ ਬਹੁਤ ਅੱਛੀ ਤਰ੍ਹਾਂ ਪਤਾ ਲੱਗ ਰਿਹਾ। ਹੁਣ ਰਾਜੇ ਆਪਾਂ ਟੈਂਪਰੇਚਰ ਡਿਪੈਂਡੈਂਸ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਫੈਕਟਰਸ, ਕਿਸ ਕਿਸ ਫੈਕਟਰ ਦੇ ਉੱਤੇ ਜਿਹੜੀ ਇਲੈਕਟ੍ਰੀਕਲ ਰੈਜ਼ਿਸਟਿਵਿਟੀ ਹੈ ਬੇਟੇ ਉਹ ਡਿਪੈਂਡ ਕਰ ਰਹੀ ਹੈ। ਠੀਕ ਹੈ, ਹੁਣ ਆਪਾਂ ਨੂੰ ਪਤਾ ਹੈ ਰਾਜੇ ਆਰ ਕੀ ਹੁੰਦਾ, V/I ਹੁੰਦਾ, V/I ਹੁੰਦਾ। ਅਕੋਰਡਿੰਗਲੀ ਆਪਾਂ ਬੇਟੇ ਆ ਪਿੱਛੇ ਫਾਰਮੂਲਾਜ਼ ਆਪਾਂ ਕਰਕੇ ਆਏ ਹੋਏ ਹਾਂ। ਠੀਕ ਹੈ, ਇਸ ਫਾਰਮੂਲਾ ਦੇ ਵਿੱਚੋਂ ਬੇਟੇ L/A ਨੂੰ ਆਪਾਂ ਕੀ ਲੈ ਲਿਆ, ਅਲੱਗ ਲੈ ਲਿਆ। ਹੁਣ ਇਸ ਨੂੰ ਕੰਪੇਅਰ ਕੀਤਾ ਬੇਟੇ ਇਸ ਰਿਲੇਸ਼ਨ ਦੇ ਨਾਲ, ਜਿਹੜਾ ਇਹ ਰਿਲੇਸ਼ਨ ਕਾਹਦਾ ਰਾਜੇ, ਆਰ ਦਾ। ਤਾਂ ਦੇਖੋ ਜਿਹੜੀ ਰੋ ਦੀ ਵੈਲਿਊ ਬੇਟੇ ਉਹ ਕੀ ਹੈਗੀ, mne² ਟਾਊ। ਤਾਂ ਰੋ ਕੀ ਹੈ ਬੇਟੇ, ਪ੍ਰਪੋਰਸ਼ਨਲ ਹੈ 1/n ਟਾਊ ਦੇ। ਤਾਂ ਹੁਣ ਰਾਜੇ ਇੱਥੇ ਡਿਪੈਂਡੈਂਸ ਆਪਾਂ ਨੂੰ ਪਤਾ ਲੱਗ ਰਹੀ ਹੈ ਰੈਜ਼ਿਸਟਿਵਿਟੀ ਦੀ, ਇਨਵਰਸਲੀ ਪ੍ਰਪੋਰਸ਼ਨਲ ਹੈ n ਔਰ ਟਾਊ ਦੇ। n ਕੀ ਹੁੰਦਾ ਬੇਟੇ, ਨੰਬਰ ਆਫ ਇਲੈਕਟ੍ਰੋਨਸ ਹੁੰਦੇ ਨੇ ਪਰ ਯੂਨਿਟ ਵੋਲੀਅਮ, ਔਰ ਟਾਊ ਕੀ ਹੁੰਦਾ ਬੇਟੇ, ਐਵਰੇਜ ਰਿਲੈਕਸੇਸ਼ਨ ਟਾਈਮ ਪੀਰੀਅਡ ਹੁੰਦਾ। ਤਾਂ ਉਹਨਾਂ ਦੋਨਾਂ ਦੇ ਉੱਤੇ ਆਪਣੀ ਰੈਜ਼ਿਸਟਿਵਿਟੀ ਹੈ ਬੇਟੇ ਉਹ ਡਿਪੈਂਡ ਕਰੂਗੀ। ਠੀਕ ਹੈ, ਤਾਂ ਫਸਟ ਕੀ ਹੋ ਗਿਆ, ਰੈਜ਼ਿਸਟਿਵਿਟੀ ਡਿਪੈਂਡ ਕਰੂਗੀ ਬੇਟੇ 1/n ਦੇ ਉੱਤੇ, ਔਰ ਸੈਕਿੰਡ ਕੀ ਹੈ ਬੇਟੇ 1/τ ਦੇ ਉੱਤੇ। ਕਹਿੰਦਾ ਕਿ ਇਹ ਓਬਜ਼ਰਵ ਕੀਤਾ ਗਿਆ ਬੇਟੇ ਕਿ ਲੋ ਟੈਂਪਰੇਚਰ 'ਤੇ ਹੈ ਨਾ ਜਿਹੜੀ ਰੈਜ਼ਿਸਟਿਵਿਟੀ ਇਨਕਰੀਜ਼ ਕਰਦੀ ਹੈ ਹਾਈ ਪਾਵਰ ਆਫ ਟੈਂਪਰੇਚਰ ਦੇ ਨਾਲ। ਕਹਿੰਦਾ ਬਟ ਓਵਰ ਅ ਲਿਮਟਡ ਰੇਂਜ ਆਫ ਟੈਂਪਰੇਚਰ ਜਿਹੜੀ ਵੇਰੀਏਸ਼ਨ ਹੈ ਨਾ ਉਹਦੀ ਰੋ ਦੀ ਵਿਦ ਟੈਂਪਰੇਚਰ, ਉਸ ਨੂੰ ਆਪਾਂ ਐਕਸਪ੍ਰੈਸ ਕਰਦੇ ਹਾਂ ਬਾਈ ਯੂਜ਼ਿੰਗ ਦਿਸ ਫਾਰਮੂਲਾ। ਬੇਟੇ ਇਸ ਫਾਰਮੂਲਾ ਨੂੰ ਐਜ਼ ਇਟ ਇਜ਼ ਤੁਸੀਂ ਲਰਨ ਕਰ ਲੈਣਾ। ਬੇਟੇ ਜਿਵੇਂ ਆਪਾਂ ਪਿੱਛੇ ਰੈਜ਼ਿਸਟੈਂਸ ਦੇ ਵਿੱਚ ਅਲਫਾ ਫਾਈਂਡ ਆਊਟ ਕੀਤਾ ਸੀ, ਅਲਫਾ ਕੀ ਸੀ ਬੇਟਾ, ਟੈਂਪਰੇਚਰ ਕੋਫੀਸ਼ੀਐਂਟ ਆਫ ਰੈਜ਼ਿਸਟੈਂਸ ਸੀ। ਤਾਂ ਸਿਮਿਲਰਲੀ ਬੇਟੇ ਉਹੀ ਇਕੁਏਸ਼ਨ ਹੈ, ਉਵੇਂ ਹੀ ਅਸੀਂ ਇਸ ਨੂੰ ਫਾਈਂਡ ਆਊਟ ਕੀਤਾ ਹੋਇਆ। ਤਾਂ ਐਜ਼ ਇਟ ਇਜ਼ ਵੀ ਤੁਸੀਂ ਇੱਥੇ ਲਿਖ ਸਕਦੇ ਹੋ ਇਸ ਨੂੰ, ਅਲਫਾ ਦੀ ਜਗ੍ਹਾ ਆਪਾਂ ਕੀ ਲੈ ਲਿਆ ਬੇਟੇ, ਅਲਫਾ ਬਾਰ ਲੈ ਲਿਆ। ਹੁਣ ਰੋ ਨੋਟ ਹੈ ਬੇਟੇ, ਇਹ ਕੀ ਹੈ, ਰੈਜ਼ਿਸਟਿਵਿਟੀ ਐਟ 0 ਡਿਗਰੀ ਸੈਲਸੀਅਸ 'ਤੇ, ਔਰ ਇਹ ਕੀ ਹੈ ਬੇਟੇ, ਕੋਈ ਵੀ ਆਪਾਂ ਟੈਂਪਰੇਚਰ ਕੰਸੀਡਰ ਕਰ ਸਕਦੇ ਹਾਂ, ਜਿਵੇਂ ਆਪਾਂ ਕਿਹਾ ਕਿ ਟੈਂਪਰੇਚਰ T ਦੇ ਉੱਤੇ ਹੈ। ਅਲਫਾ ਬਾਰ ਕੀ ਹੈ ਬੇਟਾ, ਟੈਂਪਰੇਚਰ ਕੋਫੀਸ਼ੀਐਂਟ ਆਫ ਰੈਜ਼ਿਸਟਿਵਿਟੀ ਹੈ, ਜਿਹੜਾ ਸੇਮ ਐਜ਼ ਬੇਟੇ ਆਪਾਂ ਉੱਥੇ ਲੈਂਦੇ ਸੀ ਰੈਜ਼ਿਸਟੈਂਸ ਦੇ ਕੇਸ ਦੇ ਵਿੱਚ ਅਲਫਾ। ਸੋ ਬੇਟੇ ਫਿਰ ਟੈਂਪਰੇਚਰ ਕੌਂਸਟੈਂਟ ਦੀ ਜਿਹੜੀ ਕੋਫੀਸ਼ੀਐਂਟ ਦੀ ਵੈਲਿਊ ਹੈ ਬੇਟੇ, ਆਪਾਂ ਇਸ ਟਾਈਪ ਦੇ ਨਾਲ ਉਸਨੂੰ ਫਾਈਂਡ ਆਊਟ ਕਰ ਲਾਂਗੇ। ਰੋ ਮਾਈਨਸ ਰੋ ਨੋਟ ਹੈ ਬੇਟੇ, ਇਹ ਕੀ ਹੈ, ਚੇਂਜ ਹੈ। ਤਾਂ ਇੱਥੇ ਆਪਾਂ ਕੀ ਸ਼ੋ ਕਰਤਾ, ਡੈਲਟਾ ਰੋ। ਬੇਟਾ ਡੈਲਟਾ ਜਿਹੜਾ ਇਹ ਸਮॉल ਟ੍ਰਾਇੰਗਲ ਬੇਟੇ, ਇਸ ਨੂੰ ਆਪਾਂ ਬੋਲਦੇ ਹਾਂ ਡੈਲਟਾ। ਡੈਲਟਾ ਕੀ ਹੁੰਦਾ, ਸਮॉल ਚੇਂਜ ਹੁੰਦਾ ਹੈ। ਠੀਕ ਹੈ, ਸਿਮਿਲਰਲੀ T-T0 ਨੂੰ ਆਪਾਂ ਕੀ ਲਿਖ ਲਿਆ ਰਾਜੇ, ਡੈਲਟਾ T। ਤਾਂ ਹੁਣ ਆਪਾਂ ਟੈਂਪਰੇਚਰ ਕੋਫੀਸ਼ੀਐਂਟ ਆਫ ਰੈਜ਼ਿਸਟਿਵਿਟੀ ਨੂੰ ਕਿਵੇਂ ਡਿਫਾਈਨ ਕੀਤਾ ਬੇਟੇ, ਚੇਂਜ ਇਨ ਰੈਜ਼ਿਸਟਿਵਿਟੀ ਪਰ ਯੂਨਿਟ ਓਰੀਜਨਲ ਰੈਜ਼ਿਸਟਿਵਿਟੀ ਪਰ ਯੂਨਿਟ ਚੇਂਜ ਇਨ ਟੈਂਪਰੇਚਰ। ਬੇਟੇ ਸੇਮ ਦੋਨਾਂ ਨੂੰ ਕੰਪੇਅਰ ਕਰਕੇ ਕਰ ਸਕਦੇ ਹੋ ਤੁਸੀਂ, ਟੈਂਪਰੇਚਰ ਆਫ ਕੋਫੀਸ਼ੀਐਂਟ ਆਫ ਰੈਜ਼ਿਸਟੈਂਸ ਔਰ ਰੈਜ਼ਿਸਟਿਵਿਟੀ ਦੋਨੋਂ ਸੇਮ ਨੇ ਰਾਜੇ, ਬਸ ਇੱਥੇ ਆਪਾਂ ਰੋ ਨੂੰ ਕੰਸੀਡਰ ਕਰ ਰਹੇ ਹਾਂ। ਠੀਕ ਹੈ, ਉਵੇਂ ਇਹ ਕੀ ਹੈ ਬੇਟੇ, ਚੇਂਜ ਇਨ ਰੈਜ਼ਿਸਟਿਵਿਟੀ ਪਰ ਯੂਨਿਟ ਓਰੀਜਨਲ ਰੈਜ਼ਿਸਟਿਵਿਟੀ ਪਰ ਯੂਨਿਟ ਚੇਂਜ ਇਨ ਟੈਂਪਰੇਚਰ ਹੈ। ਦੈਨ ਰਾਜੇ SI ਯੂਨਿਟ ਆ ਗਏ, ਸੇਮ ਐਜ਼ ਬੇਟੇ ਉਵੇਂ ਆ ਗਿਆ। ਦੇਖੋ ਹੁਣ ਇਹ ਦੋਨੋਂ ਤਾਂ ਕੀ ਨੇ, ਰੋ ਨੇ, ਦੋਨਾਂ ਦਾ ਤਾਂ ਕੈਂਸਲ ਹੋ ਜਾਊਗਾ, ਇਕੱਲਾ ਕੀ ਰਹਿ ਗਿਆ ਰਾਜੇ, ਟੈਂਪਰੇਚਰ ਰਹਿ ਗਿਆ। ਟੈਂਪਰੇਚਰ ਨੂੰ ਆਪਾਂ ਕੈਲਵਿਨ ਦੇ ਵਿੱਚ ਵੀ ਲਿਖ ਸਕਦੇ ਹਾਂ, ਡਿਗਰੀ ਸੈਲਸੀਅਸ ਦੇ ਵਿੱਚ, ਤਾਂ ਕੈਲਵਿਨ ਇਨਵਰਸ ਆ ਗਿਆ। ਅਤੇ ਬੇਟੇ ਜਿਹੜਾ ਅਲਫਾ ਬਾਰ ਹੈ ਉਹ ਸਾਰਿਆਂ ਦੇ ਡਿਫਰੈਂਟ ਮਟੀਰੀਅਲਸ ਦੇ ਲਈ ਡਿਫਰੈਂਟ ਹੁੰਦਾ ਹੈ। ਹੁਣ ਰਾਜੇ ਆਪਾਂ ਰੈਜ਼ਿਸਟੈਂਸ ਦੇ ਵਿੱਚ ਵੀ ਅਲਫਾ ਦੇ ਅਕੋਰਡਿੰਗ ਆਪਾਂ ਡਿਫਰੈਂਟ ਮਟੀਰੀਅਲਸ ਨੂੰ ਡਿਫਾਈਨ ਕੀਤਾ ਸੀਗਾ, ਜਾਂ ਆਪਾਂ ਕਿਹਾ ਸੀਗਾ ਕਿ ਇਹਦੀ ਵੇਰੀਏਸ਼ਨ ਆਪਾਂ ਦੇਖੀ ਸੀ। ਸਿਮਿਲਰਲੀ ਬੇਟੇ ਇੱਥੇ ਵੀ ਜੇ ਅਲਫਾ ਬਾਰ ਜਿਹੜਾ ਮੈਟਲ ਔਰ ਕੰਡਕਟਰ ਦੇ ਲਈ ਹੈ ਉਹ ਪੋਜ਼ੀਟਿਵ ਹੈ। ਪੋਜ਼ੀਟਿਵ ਦਾ ਕੀ ਮਤਲਬ ਹੁੰਦਾ, ਜੇ ਟੈਂਪਰੇਚਰ ਇਨਕਰੀਜ਼ ਹੋਊਗਾ ਤਾਂ ਇਸ ਦੀ ਵੈਲਿਊ ਵੀ ਕੀ ਹੋਊਗੀ ਰਾਜੇ, ਇਨਕਰੀਜ਼ ਹੋਊਗੀ। ਬਟ ਇਨ ਮੋਸਟ ਆਫ ਦਾ ਕੰਡਕਟਰ ਦੇ ਵਿੱਚ ਬੇਟੇ ਜਿਹੜੀ ਰੈਜ਼ਿਸਟਿਵਿਟੀ ਹੈ ਉਹ ਇਨਕਰੀਜ਼ ਕਰਦੀ ਹੈ ਲੀਨੀਅਰਲੀ ਵਿਦ ਇਨਕਰੀਜ਼ਿੰਗ ਟੈਂਪਰੇਚਰ ਲੈਸ ਦੈਨ 500 ਕੈਲਵਿਨ। ਬੇਟੇ 500 ਕੈਲਵਿਨ ਤੱਕ ਇਹਦੀ ਜਿਹੜਾ ਰਿਲੇਸ਼ਨ ਹੈ ਉਹ ਲੀਨੀਅਰ ਆਉਂਦਾ। ਲੀਨੀਅਰ ਦਾ ਮਤਲਬ ਕਿ ਦੋਨੋਂ ਟੈਂਪਰੇਚਰ ਦੇ ਇਨਕਰੀਜ਼ ਹੋਣ ਦੇ ਨਾਲ ਰੈਜ਼ਿਸਟਿਵਿਟੀ ਇਨਕਰੀਜ਼ ਹੁੰਦੀ ਹੈ। ਐਟ ਲੋ ਟੈਂਪਰੇਚਰ 'ਤੇ ਬੇਟੇ ਜਿਹੜੇ ਕੰਡਕਟਰਸ ਨੇ ਲਾਈਕ ਕਾਪਰ ਹੋ ਗਿਆ, ਐਲੂਮੀਨੀਅਮ ਹੋ ਗਿਆ, ਉਹਨਾਂ ਦੀ ਡਿਪੈਂਡੈਂਸ ਬੇਟਾ ਨੋਨ ਲੀਨੀਅਰ ਹੈ। ਨੋਨ ਲੀਨੀਅਰ ਦਾ ਮਤਲਬ ਕੀ ਹੈ ਰਾਜੇ, ਕਿ ਅਗਰ ਟੈਂਪਰੇਚਰ ਨੂੰ ਇਨਕਰੀਜ਼ ਕਰਾਂਗੇ ਤਾਂ ਉਹਦੇ ਕੋਰਸਪੋਂਡਿੰਗ ਬੇਟੇ ਉਹ ਇਨਕਰੀਜ਼ ਨਹੀਂ ਕਰੂਗੀ, ਤਾਂ ਨੋਨ ਲੀਨੀਅਰ ਡਿਪੈਂਡੈਂਸ ਹੋਊਗੀ। ਨੈਕਸਟ ਆ ਗਿਆ ਬੇਟੇ ਐਲੋਇਜ਼ ਲਾਈਕ ਨਾਈਕ੍ਰੋਮ ਹੋ ਗਿਆ, ਮੈਗਨੀਨਨ ਹੋ ਗਿਆ, ਕੌਂਸਟੈਨਨ ਹੋ ਗਿਆ, ਇਹਨਾਂ ਦੀ ਬੇਟੇ ਆਲਵੇਜ਼ ਅਲਫਾ ਕੀ ਹੁੰਦਾ, ਪੋਜ਼ੀਟਿਵ ਹੁੰਦਾ ਹੈ।
ठीक है जी। बट जी वैल्यू आऊगी बेटा वो नैगलीजिबल है। इट मीनस जो चेंज इन रजिस्टिविटी है विद इनक्रीज इन टैंपरेचर बेटे नैगलीजिबल होगा। बेटे आप पिछे करके ही आ चुके हैं, ठीक है। सेम उवें एलॉयज़ है। फॉर दिस रीजन करके बेटे ऑलवेज जी एलॉयज़ ने उन्होंने आप यूज़ करते हैं स्टैंडर्ड रजिस्टेंस कॉइल्स बनाने वास्ते। बेटा जी एलॉयज़ की वेरीएशन है वो आपको इस ग्राफ के शो की हुई है, ठीक है जी। नैक्सट आ गया बेटे हुण आपां कंडक्टर्स की गल करके आए सीगे। एलॉयज़ भी समवेयर बेटे कंडक्टिंग मटीरियल हुंदे ने, इस करके आपां वो सारा कर लिया। हुण अपने कोल सैकेंड मटीरियल की आ गया बेटे सैमी कंडक्टर्स आ गए। सैमी कंडक्टर्स दे विच अल्फा नैगेटिव होगा, ठीक है। नैगेटिव का मतलब कि इनक्रीज़ होने दे नाल वो डिक्रीज़ होगी। बट कहता एट 0 कैलविन ते बेटे जो सैमी कंडक्टर्स ने वो बिहेव करते हैं इंसूलेटर। बट रूम टैंपरेचर ते वो की करते हैं एज अ कंडक्टर करते हैं। बेटे ये सैमी कंडक्टर्स का तुसी माइंड दे विच याद रखना है कि जदों तां टैंपरेचर 0 कैलविन होगा उदों सैमी कंडक्टर बेटे ऑलवेज बिहेव करनगे इंसूलेटर की तरह। बट अगर रूम टैंपरेचर की गल करते हैं तो वो बिहेव करते हैं एज अ कंडक्टर। तो हुण जी सैमी कंडक्टर्स की बेटे रजिस्टिविटी है वो डिपेंड करती है राजे टू फैक्टर्स के उत्ते। फस्ट की है राजे टैंपरेचर इनक्रीज विद इनक्रीज द टैंपरेचर डिक्रीज द रजिस्टिविटी मोर रैपिडली। हुण राजे इस दे विच की है दो फैक्टर्स के उत्ते डिपेंड कर रही है अपनी। एक तो की है राजे टैंपरेचर है, ठीक है। टैंपरेचर दे विच की है कि इनक्रीज होने दे नाल डिक्रीज करूगी रजिस्टिविटी। सैकेंड की है राजे इंप्योरिटी एडड। कहता कि अगर सैमी कंडक्टर्स के विच आपां इंप्योरिटी नूं ऐड करते हैं तो उसकी रजिस्टिविटी की है बेटे डिक्रीज़ कर जाती है, ठीक है। अगे बेटे आपां नूं इसका ग्राफ दिता हुआ तो इन्हां ग्राफ नूं बेटे एज इट इज़ तुसीं याद कर लेना। नाउ बेटे थर्ड केस अपना रह गया इंसूलेटर्स का। इंसूलेटर्स दे विच बेटे रजिस्टिविटी एक्सपोनेंशियली इनक्रीज़ करूगी सॉरी डिक्रीज़ करूगी विद द इंक्रीज इन टैंपरेचर। रजिस्टिविटी ऑफ इंसूलेटर एट एब्सोल्यूट जीरो इज़ इनफाइनाइटली लार्ज होंगी है। बेटे ऑबवियस इंसूलेटर है तो उस कंडक्टिविटी की है, कंडक्टिविटी की वैल्यू जीरो है। जो जीरो है तो इट मीनस की है बेटे रजिस्टेंस की होगी ज़्यादा होगी। तो यदा मतलब की है कि रजिस्टिविटी भी की होगी ज़्यादा होगी एट एब्सोल्यूट जीरो ते। बट जो आप टैंपरेचर में इनक्रीज़ करांगे तो रजिस्टिविटी की वैल्यू बेटे डिक्रीज़ करूगी। नाउ बेटे नैक्सट है रिलेशन बिटवीन इलैक्ट्रिकल रजिस्टिविटी एंड इलैक्ट्रॉन मोबिलिटी। दोनों के विच रिलेशन दसने। सब तो पहला बेटे आपां नूं पता है कि आई की ये वैल्यू होंदी है, वी डी ए होंदा है, जे करंट डेंसिटी इक्वल्स टू होंदी है बेटे आई बाई ए दे। और जे का रिलेशन जे ऑलसो इक्वल टू होंदी है बेटे सिग्मा इंटू ई दे। सिग्मा की होंदा बेटे 1 बाय रो दे इत्थे पुट करता, ठीक है जी। हुण इहदा मतलब ई बाय रो की इक्वल आ गया बेटे आई बाय ए दे आ गया। तो ये इक्वेशन आ गई राजे। हुण आई दे वैल्यू आपां नूं पता है एन ए वी डी है राजे, वो इत्थे पुट करांगे ए नाल ए कैंसल आउट हो जाऊगा तो ई बाय रो की वैल्यू की आ जू बेटे एन ई वी डी। हुण वी डी भी आपां उपर करके आए बेटे किस दे इक्वल हुंदा म्यू इंटू ई दे। इस नूं पुट करता बेटा इत्थों आपां रो नूं फाइंड आउट कर लिया तो अपने कोल की आ गया रो इक्वल्स टू 1 बाय एन ई म्यू। म्यू की है बेटे साडी मोबिलिटी है और रो की है साडी इलैक्ट्रिकल रजिस्टिविटी है। तो ये की आ गया बेटे रिलेशन आ गया इन बिटवीन इलैक्ट्रिकल रजिस्टिविटी एंड इलैक्ट्रॉन मोबिलिटी। तो बेटे अज लई इन्ना ही। अगर तुहानूं मेरियां वीडियोज़ बेटे अच्छियां लगदियां होण तो प्लीज़ लाइक शेयर एंड कमेंट करियो और